ਪਿਛਲੇ ਦਿਨੀ ਹਜੂਰ ਸਾਹਿਬ ਤੋਂ ਆਈ ਸੰਗਤ ਜਦੋਂ ਅੰਮ੍ਰਿਤਸਰ ਪੁੱਜਦੀ ਹੈ ਤੇ ਕਈ ਤਰ੍ਹਾਂ ਦੀ ਜਿਹੜੀਆਂ ਔਕੜਾਂ ਵੇਖਣ ਨੂੰ ਮਿਲੀਆਂ, ਕਈ ਤਰ੍ਹਾਂ ਦੇ ਰਾਜਨੀਤਿਕ ਮਫਾਦ ਉੱਠੇ, ਕਿਉਂਕਿ ਕਿਤੇ ਨਾ ਕਿਤੇ ਸੰਗਤ ਜਿਹੜੀ ਆਈ ਸੀ ਉਹਨਾਂ ਨੂੰ ਸਹੀ ਤਰੀਕੇ ਨਾਲ ਟ੍ਰੀਟ ਨਹੀਂ ਕੀਤਾ ਗਿਆ। ਕਈ ਤਰ੍ਹਾਂ ਦੀ ਗਲਤੀਆਂ ਵੇਖਣ ਨੂੰ ਮਿਲੀਆਂ, ਚਾਹੇ ਉਹ ਪ੍ਰਸ਼ਾਸਨਿਕ ਸੀ ਚਾਹੇ ਰਾਜਨੀਤਿਕ ਸੀ, ਜਿਹਨੂੰ ਲੈ ਕੇ ਕਈ ਰਾਜਨੀਤਿਕ ਵਿਵਾਦ ਵੀ ਗਰਮਾਇਆ। ਕਈ ਲੋਕ ਕਹਿ ਰਹੇ ਨੇ ਕਿ ਸਰਕਾਰ ਦੀ ਗਲਤੀ ਸੀ, ਕਈ ਲੋਕ ਪ੍ਰਸ਼ਾਸਨ ਦੇ ਅਧਿਕਾਰੀਆਂ 'ਤੇ ਚਿੱਕੜ ਸੁੱਟ ਰਹੇ ਨੇ, ਕਿਉਂਕਿ ਉਹ ਲੋਕ ਜਿਹੜੇ ਨੇ ਬਿਨਾਂ ਟੈਸਟ ਕਰਵਾਏ ਜਿਹੜੇ ਕਿਤੇ ਨਾ ਕਿਤੇ ਸਿੱਧੇ ਆਪਣੇ ਘਰਾਂ 'ਚ ਚਲੇ ਗਏ, ਜਿਹਦੇ ਨਾਲ ਕਿ ਕਰੋਨਾ ਫੈਲਣ ਦੀ ਗੱਲ ਵੀ ਕੀਤੀ ਜਾ ਰਹੀ ਹੈ। ਰਾਜਨੀਤਿਕ ਦੇ ਵਿੱਚ ਹੁਣ ਕਿਤੇ ਨਾ ਕਿਤੇ ਕਾਨੂੰਨ ਦੀ ਇੱਕ ਅੱਖ ਜਿਹੜੀ ਹੈ ਇਹਨਾਂ ਦੇ ਉੱਤੇ ਜਿਗਦੀ ਹੋਈ ਨਜ਼ਰ ਆ ਰਹੀ ਹੈ, ਜਿਹਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਇੱਕ ਵਕੀਲ ਵੱਲੋਂ ਇੱਕ ਚਿੱਠੀ ਜਿਹੜੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਲਿਖੀ ਗਈ ਹੈ। ਕਿਉਂ ਲਿਖੀ ਗਈ ਹੈ, ਅਸੀਂ ਸਾਰੀ ਅੱਜ ਗੱਲ ਦੀ ਚਰਚਾ ਕਰਾਂਗੇ। ਗੌਰਸੀ ਸਾਹਿਬ, ਪਹਿਲਾਂ ਤਾਂ ਦੱਸੋ, ਇੱਕ ਰਾਜਨੀਤਿਕ ਮਸਲਾ ਹੈ, ਕਿਆ ਕਾਨੂੰਨ ਦੀ ਕਿਤਾਬ 'ਚ ਰਾਜਨੀਤਿਕ ਮਸਲਾ ਆਉਂਦਾ? ਦੇਖੋ ਜੀ, ਇਹ ਮਸਲਾ ਹੁਣ ਰਾਜਨੀਤਿਕ ਨਹੀਂ ਰਹਿ ਗਿਆ, ਇਹ ਜਨਹਿਤ ਦੀ ਗੱਲ ਹੈ। ਇੱਥੇ ਕੋਈ ਰਾਜਨੀਤੀ ਨਹੀਂ ਕੋਈ ਕਰ ਰਿਹਾ, ਨਾ ਮੈਂ ਕੋਈ ਰਾਜਨੀਤੀ ਕਰ ਰਿਹਾ, ਨਾ ਮੇਰਾ ਰਾਜਨੀਤੀ ਨਾਲ ਕੋਈ ਇਸ ਗੱਲ 'ਚ ਕੋਈ ਲੈਣਾ ਦੇਣਾ। ਸਭ ਤੋਂ ਪਹਿਲੀ ਗੱਲ ਤਾਂ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਆਪਣੇ ਵੱਲੋਂ ਸਤਿ ਸ਼੍ਰੀ ਅਕਾਲ ਕਹਿਣਾ। ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ 1 ਮਹੀਨੇ ਤੋਂ ਲਗਾਤਾਰ 40 ਦਿਨਾਂ ਤੋਂ ਲੋਕਡਾਊਨ ਚੱਲ ਰਿਹਾ ਹਿੰਦੁਸਤਾਨ ਦੇ ਵਿੱਚ। ਬੱਚੇ ਨੂੰ ਪਤਾ ਹੈ ਕਿ ਲੋਕਡਾਊਨ ਇਸ ਵੇਲੇ ਚੱਲ ਰਿਹਾ ਤੇ ਕੋਈ ਮੂਵਮੈਂਟ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਨਹੀਂ ਹੋ ਰਹੀ। ਉਸੇ ਤਰ੍ਹਾਂ ਕਈ ਪੋਲੀਟੀਕਲ ਪਾਰਟੀਆਂ ਵੱਲੋਂ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ 'ਤੇ ਇਹ ਆਵਾਜ਼ ਚੁੱਕੀ ਜਾ ਰਹੀ ਸੀ ਕਿ ਜਿਹੜੇ ਸ਼ਰਧਾਲੂ ਯਾਤਰੀ ਤਖਤ ਸ੍ਰੀ ਹਜ਼ੂਰ ਸਾਹਿਬ ਗਏ ਨੇ ਉਹਨਾਂ ਨੂੰ ਵਾਪਸ ਪੰਜਾਬ ਲੈ ਕੇ ਆਓ। ਪਿਛਲੇ 1 ਮਹੀਨੇ ਤੋਂ ਲਗਾਤਾਰ ਇਸ ਗੱਲ ਦੀ ਜਿਹੜੀ ਹੈ ਉਹ ਸਾਰੀ ਪੋਲੀਟੀਕਲ ਪਾਰਟੀਆਂ ਆਵਾਜ਼ ਚੱਕ ਰਹੀਆਂ ਸੀ। ਸੋ ਪੰਜਾਬ ਸਰਕਾਰ ਨੇ ਉਹਦੇ ਵਿੱਚ ਉਪਰਾਲਾ ਕਰਦੇ ਹੋਏ ਇੱਥੋਂ 80 ਤੋਂ 100 ਬੱਸਾਂ ਦੇ ਕਰੀਬ ਮਹਾਰਾਸ਼ਟਰ 'ਚ ਨੰਦੇੜ ਸਾਹਿਬ ਭੇਜੀਆਂ, ਜਿੱਥੋਂ ਉਹਨਾਂ ਨੇ ਸ਼ਰਧਾਲੂ ਲੈ ਕੇ ਆਂਦੇ। ਔਰ ਉਹਨਾਂ ਸ਼ਰਧਾਲੂਆਂ ਨੂੰ ਜਦੋਂ ਪੰਜਾਬ 'ਚ ਲੈ ਕੇ ਆਏ ਹੈ ਤੇ ਇਹ ਤਾਂ ਹੁਣ ਬੱਚੇ ਨੂੰ ਪਤਾ ਹੈ ਕਿ ਜਿਹੜਾ ਬੰਦਾ ਬਾਹਰੋਂ ਆਂਦਾ, ਬਾਹਰ ਦੀ ਸਟੇਟ ਤੋਂ ਆਂਦਾ, ਪਹਿਲਾਂ ਉਹਨੂੰ 14 ਦਿਨ ਜਾਂ 21 ਦਿਨ ਘੱਟੋ ਘੱਟ ਕੁਆਰੰਟਾਈਨ ਕਰਨਾ ਪੈਂਦਾ ਹੈ। ਸੋ ਜੇ ਇਹ ਮੈਨੂੰ ਪਤਾ, ਮੇਰੇ ਇੱਕ ਛੋਟੇ ਬੱਚੇ ਨੂੰ ਪਤਾ ਹੈ, ਤਾਂ ਇਹ ਪੰਜਾਬ ਦੇ ਹੈਲਥ ਮਿਨਿਸਟਰ ਨੂੰ ਵੀ ਇਸ ਗੱਲ ਦਾ ਬੜੀ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਸੀਗਾ। ਜਦੋਂ ਮਾਨਯੋਗ ਮੋਦੀ ਸਾਹਿਬ ਨੇ ਇਹ ਹੁਕਮ ਕੀਤਾ ਕਿ ਸਾਰੀਆਂ ਸਟੇਟਾਂ ਦੇ ਬਾਰਡਰ ਸੀਲ ਹੋ ਗਏ, ਤੁਸੀਂ ਅੱਜ ਕੋਈ ਚੈਨਲ ਲਗਾ ਲਓ, ਸਾਰੇ ਪਾਸੇ ਇੱਕੋ ਹੀ ਖਬਰ ਆਉਂਦੀ ਹੈ ਕਿ ਬਾਰਡਰ ਸੀਲ ਨੇ, ਬਾਹਰ ਦੇ ਰਾਜਾਂ ਤੋਂ ਕੋਈ ਬੰਦਾ ਤੁਸੀਂ ਆਪਣੀ ਸਟੇਟ 'ਚ ਨਹੀਂ ਬੁਲਾ ਸਕਦੇ। ਪਰਮਿਸ਼ਨ ਦੇ ਨਾਲ ਆਏ ਆ ਜੀ, ਇਹ ਪਰਮਿਸ਼ਨ ਦੇ ਨਾਲ ਆਏ ਹੈ, ਪਰ ਉਹਦੇ ਵਿੱਚ ਵੀ ਕੰਡੀਸ਼ਨਲ ਪਰਮਿਸ਼ਨ ਹੁੰਦੀ ਹੈ ਕਿ ਤੁਸੀਂ ਪਹਿਲੇ ਉਹਨਾਂ ਨੂੰ ਕੁਆਰੰਟਾਈਨ ਕਰੋ, ਉਹਨਾਂ ਦੀ ਹੈਲਥ ਦਾ ਪਹਿਲੇ ਚੈੱਕਅਪ ਕਰੋ, ਪ੍ਰੋਪਰ ਚੈੱਕਅਪ ਕੀਤਿਆਂ ਬਗੈਰ ਤੁਸੀਂ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਨਹੀਂ ਭੇਜ ਸਕਦੇ। ਪਰ ਕਾਨੂੰਨ ਕਿਵੇਂ ਇਹਦੇ ਵਿੱਚ ਜਿਹੜਾ ਹੈਗਾ ਆਂਦਾ ਵਾ? ਕਾਨੂੰਨ ਇਸ ਕਰਕੇ ਆਂਦਾ ਜੀ, ਇਹ ਬਹੁਤ ਵੱਡੀ ਨੈਗਲੀਜੈਂਸ ਹੈ। ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ। ਦੇਖੋ, ਇਕੁਇਟੀ ਬਿਫੋਰ ਲਾਅ, ਇਹ ਤਾਂ ਕਾਨੂੰਨ ਸੰਵਿਧਾਨ 'ਚ ਲਿਖਿਆ ਹੈ। ਜੇ ਤੁਸੀਂ ਇੱਕ ਕਾਮਨ ਆਦਮੀ ਜਿਹੜਾ ਬਾਹਰ ਫਿਰਦਾ ਉਹਦੇ ਮੂੰਹ 'ਤੇ ਮਾਸਕ ਨਹੀਂ ਲੱਗਿਆ ਤਾਂ ਉਹਦੇ ਖਿਲਾਫ ਤੁਸੀਂ ਨੈਗਲੀਜੈਂਸ ਦਾ ਪਰਚਾ ਦਰਜ ਕਰਦੇ ਹੋ। ਇੱਕ ਪਾਸੇ ਤੁਸੀਂ 3500 ਸ਼ਰਧਾਲੂ ਲੈ ਕੇ ਆ ਰਹੇ ਹੋ ਔਰ ਉਹਨਾਂ ਨੂੰ ਤੁਸੀਂ ਵਿਦਆਊਟ ਚੈੱਕਅਪ ਕੀਤੇ ਤੁਸੀਂ ਘਰ ਭੇਜ ਦਿੱਤਾ। ਮੈਂ ਇਕੱਲੇ ਅੰਮ੍ਰਿਤਸਰ ਦੀ ਗੱਲ ਕਰਾਂਗਾ, 179 ਪਰਸੋਂ ਉਹਨਾਂ ਨੇ ਜਿਹੜੇ ਸ਼ਰਧਾਲੂ ਸੀਗੇ ਉਹ DC ਸਾਹਿਬ ਨੇ ਵਿਦਆਊਟ ਮਤਲਬ ਚੈੱਕਅਪ ਕਰਾਏ, ਵਿਦਆਊਟ ਸਿਵਲ ਸਰਜਨ ਤੋਂ ਚੈੱਕਅਪ ਕਰਾਏ, ਉਹਨਾਂ ਨੇ ਉਹ ਘਰੋਂ ਘਰੀ ਭੇਜ ਦਿੱਤੇ। ਔਰ ਜਦੋਂ ਪੰਜਾਬ ਸਰਕਾਰ ਦਾ 1 ਦਿਨ ਬਾਅਦ ਹੁਕਮ ਆਇਆ, 1 ਦਿਨ ਹੁਕਮ ਬਾਅਦ ਦੁਬਾਰਾ ਘਰੋਂ ਬੁਲਾ ਕੇ ਉਹਨਾਂ ਨੂੰ ਸਾਰਿਆਂ ਦਾ ਮੈਡੀਕਲ ਚੈੱਕਅਪ ਕੀਤਾ, ਉਹਨਾਂ ਨੂੰ ਕੁਆਰੰਟਾਈਨ ਕੀਤਾ। ਮੈਨੂੰ ਇਹ ਗੱਲ ਸਮਝ ਨਹੀਂ ਲੱਗਦੀ ਕਿ ਪੰਜਾਬ ਦਾ ਹੈਲਥ ਮਿਨਿਸਟਰ ਕੀ ਸੁੱਤਾ ਨਹੀਂ। ਇਹ ਚਿੱਠੀ ਹੁਣ ਤੁਸੀਂ ਕੀ ਇਹਦੇ ਵਿੱਚ ਕੀ ਰੈਫਰੈਂਸ ਦਿੱਤਾ? ਅਗਰ ਅਸੀਂ ਚਾਹਾਂਗੇ ਤੁਸੀਂ 2-4 ਅੱਖਰ ਪੜ੍ਹ ਕੇ ਵੀ ਦੱਸੋ ਕਿ ਕੀ ਲਿਖਿਆ ਗਿਆ ਇਹਦੇ ਵਿੱਚ। ਦੇਖੋ ਜੀ, ਇਹ ਚਿੱਠੀ ਜਿਹੜੀ ਮੈਂ ਲਿਖੀ ਹੈ ਕਿ 3500 ਦੇ ਕਰੀਬ ਜਿਹੜੇ ਸ਼ਰਧਾਲੂ ਨੇ ਉਹ ਸ਼੍ਰੀ ਤਖਤ ਹਜ਼ੂਰ ਸਾਹਿਬ ਤੋਂ ਤੁਸੀਂ ਪੰਜਾਬ ਸਰਕਾਰ ਲੈ ਕੇ ਆਈ ਹੈ। ਔਰ ਉਹਦੇ ਵਿੱਚ ਜਿਹੜੀ ਉਹਨਾਂ ਨੇ ਐਡੀ ਵੱਡੀ ਨੈਗਲੀਜੈਂਸ ਕੀਤੀ ਹੈ ਕਿ ਉਹਨਾਂ ਨੂੰ ਲਿਆਉਣ ਵੇਲੇ ਵੀ ਉਹਨਾਂ ਨੂੰ ਬੱਸਾਂ ਵਿੱਚ ਭਰ ਕੇ ਇੱਦਾਂ ਲਿਆਂਦਾ ਗਿਆ, ਕੋਈ ਸੋਸ਼ਲ ਡਿਸਟੈਂਸਿੰਗ ਉਹਨਾਂ ਨੇ ਉਹਦੇ 'ਤੇ ਲਾਗੂ ਨਹੀਂ ਕੀਤੀ। ਔਰ ਜਦੋਂ ਉਹ ਲੈ ਕੇ ਆਏ ਹੈ ਅਤੇ ਵਿਦਆਊਟ ਉਹਨਾਂ ਦਾ ਮੈਡੀਕਲ ਚੈੱਕਅਪ ਕੀਤਾ, ਵਿਦਆਊਟ ਉਹਨਾਂ ਦੇ ਟੈਸਟ COVID-19 ਦੇ ਟੈਸਟ ਕੀਤਿਆਂ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਭੇਜ ਦਿੱਤਾ, ਜਿੱਥੇ ਕਿ ਉਹ ਆਪਣੇ ਰਿਸ਼ਤੇਦਾਰਾਂ ਨਾਲ, ਭੈਣ ਭਰਾਵਾਂ ਨਾਲ, ਪਰਿਵਾਰਾਂ ਨਾਲ ਮਿਲੇ ਨੇ। ਨਹੀਂ, ਪਰ ਕਾਨੂੰਨ, ਫਿਰ ਮੇਰਾ ਸਵਾਲ ਹੈ ਕਿ ਕਾਨੂੰਨ ਇਹਦੇ ਵਿੱਚ ਕਿੱਥੇ ਆਉਂਦਾ ਜੀ? ਕਾਨੂੰਨ ਮੈਂ ਤੁਹਾਨੂੰ ਦੱਸ ਰਿਹਾ ਜੀ, ਨੈਗਲੀਜੈਂਸ ਆਉਂਦਾ ਹੈ। ਜਿੱਥੇ ਦੇਖੋ ਸਾਰੇ ਹਿੰਦੁਸਤਾਨ ਨੂੰ ਪਤਾ ਹੈ ਕਿ ਨੈਚੁਰਲ ਡਿਜ਼ਾਸਟਰ ਮੈਨੇਜਮੈਂਟ ਐਕਟ ਲਾਗੂ ਹੋਇਆ। ਅਸੀਂ ਇੱਥੇ ਮੈਂ ਫਿਰ ਰੋਕਣਾ ਚਾਹਾਂਗਾ, ਜਿਹੜਾ ਡਿਜ਼ਾਸਟਰ ਮੈਨੇਜਮੈਂਟ ਐਕਟ ਹੈ ਉਹ ਕੀ ਹੈ, ਜਿਹੜਾ ਤੁਸੀਂ ਇਹਦੇ ਵਿੱਚ ਵੀ ਲਿਖਿਆ ਸਬਜੈਕਟ ਜਿਹੜਾ ਹੈਗਾ, ਅਸੀਂ ਤੁਹਾਨੂੰ ਪੜ੍ਹਾ ਰਹੇ ਹਾਂ, ਐਪਲੀਕੇਸ਼ਨ ਐਂਡ ਹੰਬਲ ਪ੍ਰੇਅਰ ਫॉर ਰਜਿਸਟ੍ਰੇਸ਼ਨ ਅ ਕੇਸ ਅੰਡਰ ਦਾ ਰੈਲੀਵੈਂਟ ਪ੍ਰੋਵੀਜ਼ਨ ਆਫ ਡਿਜ਼ਾਸਟਰ ਮੈਨੇਜਮੈਂਟ ਐਕਟ। ਅਸੀਂ ਪਹਿਲੇ ਚਾਹਾਂਗੇ ਐਂਡ ਇੰਡੀਅਨ ਪੀਨਲ ਕੋਡ, ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਥੋੜ੍ਹਾ ਜਿਹਾ ਡਿਸਕ੍ਰਾਈਬ ਕਰੋ ਕਿ ਡਿਜ਼ਾਸਟਰ ਮੈਨੇਜਮੈਂਟ ਐਕਟ ਹੈ ਕੀ? ਦੇਖੋ ਜੀ, ਜਦੋਂ ਕੋਈ ਕੁਦਰਤੀ ਆਪਦਾ ਆਉਂਦੀ ਹੈ
ਤੇ ਉਹਨੂੰ ਉਹਦੇ ਤੋਂ ਬਚਾਅ ਲਈ ਜਦੋਂ ਲੋਕਾਂ ਨੂੰ ਤੁਸੀਂ ਸਿਕਿਉਰ ਕਰਨਾ ਹੁੰਦਾ, ਉਹਨਾਂ ਨੂੰ ਘਰਾਂ ਤੋਂ ਬਾਹਰ ਰੋਕਣ ਵਾਸਤੇ ਜਾਂ ਮੂਵਮੈਂਟ ਰੋਕਣ ਵਾਸਤੇ ਨੈਚੁਰਲ ਡਿਜ਼ਾਸਟਰ ਮੈਨੇਜਮੈਂਟ ਐਕਟ ਜਿਹੜਾ ਉਹ ਹਿੰਦੁਸਤਾਨ 'ਚ ਲਾਗੂ ਹੋ ਜਾਂਦਾ। ਸਨ 2000 ਦੇ ਵਿੱਚ 5 ਉਹ ਐਕਟ ਬਣਿਆ ਹੋਇਆ ਹੈ ਔਰ ਉਹਦੇ ਵਿੱਚ ਹੁਣ ਨਵੀਆਂ ਅਮੈਂਡਮੈਂਟਸ ਵੀ ਇਹਨਾਂ ਨੇ ਕਰ ਦਿੱਤੀਆਂ ਸੀਗੀਆਂ ਕਿ ਜੇ ਉਸ ਦੌਰਾਨ ਕਿਸੇ ਡਾਕਟਰ ਨਾਲ ਜਾਂ ਕਿਸੇ ਪੁਲਿਸ ਅਧਿਕਾਰੀ ਨਾਲ ਕੋਈ ਬਦਤਮੀਜ਼ੀ ਕਰਦਾ ਤਾਂ ਉਹਦੀ ਸਜ਼ਾ ਘੱਟ ਤੋਂ ਘੱਟ 5 ਸਾਲ ਹੋਣੀ ਚਾਹੀਦੀ ਹੈ। ਉਹ ਗੱਲ ਤਾਂ ਮੰਨ ਲਈ ਅਸੀਂ। ਜੇ ਕੋਈ ਨੈਗਲੀਜੈਂਟ ਹੁੰਦਾ ਬੰਦਾ ਤਾਂ ਉਹ ਕੋਈ ਮਾਸਕ ਨਹੀਂ ਲਾਉਂਦਾ, ਕੋਈ ਪਬਲਿਕਲੀ ਸੋਸ਼ਲ ਡਿਸਟੈਂਸਿੰਗ ਮੇਨਟੇਨ ਨਹੀਂ ਕਰਦਾ, ਉਹਦੇ ਖਿਲਾਫ ਨੈਗਲੀਜੈਂਸ ਦਾ ਪਰਚਾ ਦਰਜ ਕਰੋ। ਉਹ ਨੈਗਲੀਜੈਂਟ ਹੈ, ਉਹਦੇ ਖਿਲਾਫ ਪਰਚਾ ਦਰਜ ਕਰੋ। ਮੇਰੀ ਐਪਲੀਕੇਸ਼ਨ ਮਾਨਯੋਗ ਮੋਦੀ ਸਾਹਿਬ ਨੂੰ ਦਿੱਤੀ ਅਸੀਂ, ਮੈਂ ਜਿਹੜੀ ਦਿੱਤੀ ਆ ਉਹ ਥਰੂ ਈਮੇਲ ਵੀ ਉਹਨਾਂ ਨੂੰ ਮੈਂ ਭੇਜੀ ਹੈ। ਮੇਰਾ ਮਕਸਦ ਇਹ ਹੈ ਕਿ ਜਿਹੜਾ ਪੰਜਾਬ ਦਾ ਹੈਲਥ ਮਿਨਿਸਟਰ ਹੈ, ਮੈਨੂੰ ਇਹ ਦੱਸੋ ਵੀ ਉਹ ਸੁੱਤਾ ਹੈ ਕਿਤੇ, ਉਹਨੂੰ ਇਹ ਨਜ਼ਰ ਨਹੀਂ ਆ ਰਿਹਾ। ਜਦੋਂ 1 ਮਹੀਨੇ ਤੋਂ ਬੱਚੇ ਨੂੰ ਪਤਾ ਹੈ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤਾਂ ਨੇ ਆਉਣਾ ਹੈ, ਸਭ ਨੂੰ ਪਤਾ, ਮੀਡੀਆ ਨੂੰ ਪਤਾ, ਹਰ ਕਿਸੇ ਨੂੰ ਪਤਾ ਹੈ। ਔਰ ਕਿਆ ਉਹਨਾਂ ਨੂੰ ਪਹਿਲੇ ਬੁਲਾਉਣ ਤੋਂ ਪਹਿਲਾਂ ਬਾਰਡਰ ਤੇ ਕਿਆ ਉਹਨਾਂ ਦਾ ਮੈਡੀਕਲ ਚੈੱਕਅਪ ਕਰਕੇ ਉਹਨਾਂ ਨੂੰ ਕੁਆਰੰਟਾਈਨ ਨਹੀਂ ਕਰਵਾਉਣਾ ਚਾਹੀਦਾ ਸੀਗਾ? ਤੁਸੀਂ ਉਹਨਾਂ ਨੂੰ ਬੱਸਾਂ 'ਚ ਲੈ ਕੇ ਸਿੱਧੇ ਘਰੋਂ ਘਰੀ ਭੇਜ ਦਿੱਤਾ ਔਰ 179 ਬੰਦੇ ਇਕੱਲੇ ਅੰਮ੍ਰਿਤਸਰ ਦੇ ਵਿੱਚ ਭੇਜੇ। ਔਰ ਜਦੋਂ ਤੁਹਾਨੂੰ ਆਰਡਰ ਆਇਆ, ਡੀਸੀ ਸਾਹਿਬ ਦਾ ਮੈਂ ਸਟੇਟਮੈਂਟ ਸੁਣਦਾ ਸੀਗਾ ਕੱਲ੍ਹ ਦੀ, ਔਰ ਐਡੀ ਮੈਂ ਕਹਿੰਦਾ ਕਮਜ਼ੋਰ ਸਟੇਟਮੈਂਟ, ਇੰਨਾ ਕਮਜ਼ੋਰ ਡਿਪਟੀ ਕਮਿਸ਼ਨਰ ਮੈਂ ਅੱਜ ਤੱਕ ਜ਼ਿੰਦਗੀ 'ਚ ਨਹੀਂ ਦੇਖਿਆ। ਪਰ ਇਹਦੇ ਤੇ ਧਾਰਾ ਹੁਣ ਕਿਸ ਤਰੀਕੇ ਦੇ ਨਾਲ ਲਾਉਂਦੀ? ਧਾਰਾ ਮੈਂ ਤੁਹਾਨੂੰ ਦੱਸ ਰਿਹਾ ਜੀ, ਮੈਨੂੰ ਉਸ ਗੱਲ ਤੇ ਵੀ ਆ ਲੈਣ ਦਿਓ ਤੁਸੀਂ ਸੁਮਿਤ ਜੀ। ਗੱਲ ਇਹ ਹੈ ਕਿ ਕਮਜ਼ੋਰ ਐਡਮਿਨਿਸਟ੍ਰੇਸ਼ਨ, ਨੈਗਲੀਜੈਂਸ, ਇਹਨਾਂ ਦੇ ਜਿੰਨੀ ਇਹ ਨੈਗਲੀਜੈਂਟ ਬਿਹੇਵੀਅਰ ਇਹਨਾਂ ਦਾ, ਉਹਦੇ ਨਾਲ ਸੈਂਕੜੋਂ ਲੋਕਾਂ ਦੀ ਜਾਨ ਨੂੰ ਖਤਰਾ ਬਣ ਗਿਆ। ਤੁਸੀਂ ਦੇਖੋ ਉਹ ਗਲਤੀ ਕਿਹਦੀ ਹੈ। ਅਸੀਂ ਕਹਿੰਦੇ ਵੀ ਪੰਜਾਬ ਸਰਕਾਰ ਦੀ ਗਲਤੀ ਹੈ, ਮੁੱਖ ਮੰਤਰੀ ਦੀ ਗਲਤੀ ਹੈ। ਮੈਂ ਕਹਿੰਦਾ ਮੁੱਖ ਮੰਤਰੀ ਦੀ ਗਲਤੀ ਹੈ, ਪਰ ਜੇ ਮੁੱਖ ਮੰਤਰੀ ਨੇ ਕਿਸੇ ਨੂੰ ਹੈਲਥ ਡਿਪਾਰਟਮੈਂਟ ਦਿੱਤਾ ਹੈ ਤਾਂ ਉਹ ਹੈਲਥ ਮਿਨਿਸਟਰ ਕਾਹਦੇ ਵਾਸਤੇ ਬਣਾਇਆ ਜਾਂਦਾ ਹੈ? ਉਹਦੀ ਪਹਿਲੀ ਪ੍ਰਾਇਓਰ ਡਿਊਟੀ ਬਣਦੀ ਹੈ, ਉਹ ਹੁਣ ਸਰਕਾਰੀ ਅਥਾਰਟੀ ਦੇ ਹੈ। ਉਹਨਾਂ ਨੇ ਜਦੋਂ ਦੇਖੋ ਡੀਸੀ ਸਾਹਿਬ ਦਾ ਬਿਆਨ ਸੁਣ ਲਓ ਕਿ ਆਰਡਰ ਮੈਨੂੰ 1 ਦਿਨ ਬਾਅਦ ਆਇਆ, ਜਦੋਂ 1 ਦਿਨ ਬਾਅਦ ਆਰਡਰ ਆਇਆ ਫਿਰ ਤੁਸੀਂ ਘਰਾਂ ਤੋਂ ਬੰਦੇ ਵਾਪਸ ਬੁਲਾ ਕੇ ਕੁਆਰੰਟਾਈਨ ਕੀਤੇ ਹੈ। ਕਿਤੇ ਨਾ ਕਿਤੇ ਅਫਸਰਾਂ ਦੀ ਵੀ ਤੇ ਰਿਸਪੌਂਸਿਬਿਲਿਟੀ ਬਣਦੀ ਹੈ ਨਾ, ਕਿਉਂਕਿ ਕੱਲਾ ਮੰਤਰੀ ਤੇ ਹਰ ਜਗ੍ਹਾ ਤੇ ਜਾਣ ਤੇ ਨਹੀਂ ਜਾ ਸਕਦਾ। ਮੰਤਰੀ ਨੂੰ ਵੀ ਕੋਈ ਆਰਡਰ ਆਉਂਦਾ ਤੇ ਅੱਗੇ ਅਫਸਰਾਂ ਨੂੰ ਕੀਤੇ ਜਾਂਦੇ ਨੇ। ਬਿਲਕੁਲ ਜੀ, ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਮੇਰੀ ਇਸ ਐਪਲੀਕੇਸ਼ਨ ਦੇ ਵਿੱਚ ਜਿੱਥੇ ਮੈਂ ਸਰਦਾਰ ਬਲਬੀਰ ਸਿੰਘ ਸਿੱਧੂ ਜੀ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ, ਉੱਥੇ ਮੈਂ ਚੀਫ ਸੈਕਟਰੀ ਮੈਡੀਕਲ ਹੈਲਥ ਔਰ ਫੈਮਿਲੀ ਵੈਲਫੇਅਰ ਦੇ ਖਿਲਾਫ ਵੀ ਦਰਜ ਕੀਤੀ ਹੈ। ਔਰ ਜਿਹੜੇ ਹੋਰ ਅਥਾਰਟੀਜ਼ ਜਿਹੜੀਆਂ ਜ਼ਿੰਮੇਵਾਰ ਨੇ, ਜਿਹੜੀ ਨੈਗਲੀਜੈਂਸ ਹੋਈ ਹੈ ਉਹਦੇ ਵਾਸਤੇ ਜਿਹੜੇ ਜ਼ਿੰਮੇਵਾਰ ਨੇ, ਮੈਂ ਉਹਨਾਂ ਦੇ ਖਿਲਾਫ ਵੀ ਇੱਕ ਐਪਲੀਕੇਸ਼ਨ ਜਿਹੜੀ ਇਸ ਐਪਲੀਕੇਸ਼ਨ 'ਚ ਲਿਖਿਆ ਕਿ ਸਾਰਿਆਂ ਦੇ ਖਿਲਾਫ ਪਰਚਾ ਦਰਜ ਕਰੋ। ਔਰ ਪਰਚਾ ਦਰਜ ਕਿਉਂ ਕਰੋ? ਕਿ ਤੁਸੀਂ ਪੰਜਾਬ ਦੀ 3 ਕਰੋੜ ਜਨਤਾ ਦੇ ਨਾਲ ਧੋਖਾ ਕਰ ਰਹੇ ਹੋ, ਆਪਣੀ ਨੈਗਲੀਜੈਂਸੀ ਹੋਣ ਕਰਕੇ ਤੁਸੀਂ ਉਹਨਾਂ ਦੀ ਜਾਨ ਨੂੰ ਖਤਰਾ ਦੇ ਰਹੇ ਹੋ। ਅਸੀਂ ਦਿਖਾ ਰਹੇ ਹਾਂ ਕਿ ਚੀਫ ਸੈਕਟਰੀ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਐਂਡ ਆਲ ਅਦਰ ਰਿਸਪੌਂਸਿਬਲ ਫॉर ਦਿਸ ਸਪਾਈਕ ਇਨ ਕਰੋਨਾ ਕੇਸ। ਸੋ ਅਸੀਂ ਤੁਹਾਨੂੰ ਇੱਕ ਚਿੱਠੀ ਵੀ ਦਿਖਾਈ ਹੈ ਕਿ ਕਿਸ ਤਰੀਕੇ ਦੀ ਜਿਹੜੀ ਸ਼ਿਕਾਇਤ ਜਿਹੜੀ ਹੈ ਇੱਥੇ ਦਿੱਤੀ ਗਈ ਹੈ। ਗੁਰ ਸਾਹਿਬ, ਇਹਦੇ ਵਿੱਚ ਕੀ ਐਕਟ ਦੇ ਵਿੱਚ ਜਿਹੜਾ ਹੈ ਪਰਚਾ ਦਰਜ ਕੀਤਾ ਜਾਂਦਾ ਔਰ ਕਿਆ ਤੁਸੀਂ ਉਮੀਦ ਕਰਦੇ ਹੋ ਕਿ ਪਰਚਾ ਦਰਜ ਕੀਤਾ ਜਾਏਗਾ? ਦੇਖੋ ਜੀ, ਮੈਂ ਇਹਦੇ ਵਿੱਚ ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਸੈਕਸ਼ਨ 55 56 ਚਾਹਾਂਗੇ ਅਗਰ ਤੁਸੀਂ ਦਿਖਾਓ ਸਾਨੂੰ। ਮੈਂ ਤੁਹਾਨੂੰ ਜ਼ਰੂਰ ਦਿਖਾਣਾ ਜੀ। 1 ਮਿੰਟ, ਇਹ ਤਾਂ ਸਾਰੇ ਕੰਟੈਂਟਸ ਨੇ। ਕਿੰਨੇ ਪੇਜਾਂ ਦੀ ਚਿੱਠੀ ਲਿਖੀ ਹੈ ਜੀ ਤੁਹਾਡੇ? 12 ਪੇਜ ਨੇ ਜੀ ਟੋਟਲੀ ਦੇ ਵਿੱਚ। ਔਰ ਮੈਂ ਆਪਣੇ ਲੈਟਰ ਹੈਡ ਤੇ ਹੀ ਦਿੱਤੀ ਹੈ, ਮੈਂ ਕੋਈ ਛੁਪੀ ਚਿੱਠੀ ਨਹੀਂ ਦਿੱਤੀ। ਔਰ ਇਹ ਬਿਲਕੁਲ ਖੁੱਲੀ ਲੈਟਰ ਹੈ। ਔਰ ਮੈਂ ਮੀਡੀਆ ਦੇ ਰਾਹੀਂ ਵੀ ਇਹ ਗੱਲ ਜਿਹੜੀ ਹੈ ਇਹ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰੂੰਗਾ ਵੀ ਇਹਨਾਂ ਦੇ ਖਿਲਾਫ ਜਿਹੜਾ ਉਹ ਪਰਚਾ ਦਰਜ ਕਰਨ। 12 ਪੇਜਾਂ 'ਚ ਕੀ ਹਵਾਲਾ ਦਿੱਤਾ ਗਿਆ ਤੁਹਾਨੂੰ? ਹਵਾਲਾ ਜੀ ਇਹ ਹੈ ਕਿ ਤੁਸੀਂ ਪੰਜਾਬ ਦੀ ਜਿਹੜੀ ਭੋਲੀ ਭਾਲੀ ਜਨਤਾ ਹੈ ਉਹਨਾਂ ਨਾਲ ਧੋਖਾ ਕੀਤਾ। ਤੁਹਾਡੀ ਨੈਗਲੀਜੈਂਸ ਹੋਣ ਦੇ ਕਰਕੇ, ਤੁਹਾਡੀ ਲਾਪਰਵਾਹੀ ਹੋਣ ਦੇ ਕਰਕੇ ਪੰਜਾਬ ਦੀ 3 ਕਰੋੜ ਜਨਤਾ ਨੂੰ ਜਾਨ ਮਾਲ ਦਾ ਖਤਰਾ ਬਣ ਗਿਆ। ਐਕਟ ਕਿਹੜਾ ਇਹਦੇ ਤੇ ਲੱਗਦਾ ਜੀ? ਐਕਟ ਮੈਂ ਤੁਹਾਨੂੰ ਦੱਸ ਰਿਹਾ ਜੀ, ਸੈਕਸ਼ਨ 55 56 ਡਿਜ਼ਾਸਟਰ ਮੈਨੇਜਮੈਂਟ ਐਕਟ 2005। ਉਹ ਕੀ ਕਹਿੰਦਾ? ਉਹ ਇਹ ਗੱਲ ਕਹਿੰਦਾ ਹੈ ਕਿ ਜਦੋਂ ਕੋਈ ਸਰਕਾਰੀ ਮਹਿਕਮਾ ਅਣਗਹਿਲੀ ਕਰੇ ਜਾਂ ਸਰਕਾਰੀ ਮਹਿਕਮੇ ਦਾ ਕੋਈ ਅਫਸਰ ਅਣਗਹਿਲੀ ਕਰੇ, ਜਦੋਂ ਨੈਚੁਰਲ ਡਿਜ਼ਾਸਟਰ ਹੋਵੇ ਤਾਂ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਜਿਹਦੀ ਸਜ਼ਾ ਘੱਟ ਤੋਂ ਘੱਟ 1 ਸਾਲ ਹੈਗੀ ਹੈ ਔਰ ਨਾਲ ਫਾਈਨ ਹੈ। ਨਾਲੇ ਉਹ 'ਚ IPC ਵੀ ਲੱਗਦੀ ਹੈ 269 ਤੇ 270। ਜਦੋਂ ਤੁਸੀਂ ਤੁਹਾਡੀ ਨੈਗਲੀਜੈਂਸ ਬਿਹੇਵੀਅਰ ਕਰਕੇ ਕੋਈ ਡਿਜ਼ੀਜ਼ ਜਿਹੜੀ ਡੇਂਜਰਸ ਟੂ ਲਾਈਫ ਆਫ ਫੈਲੇ ਤੇ ਫਿਰ ਮਤਲਬ ਕਿ ਇਹ FIR ਦਰਜ ਹੋਣੀ ਚਾਹੀਦੀ ਹੈ। ਮਾਸਕ ਦਾ ਪਰਚਾ ਬਹੁਤ ਜਲਦੀ ਦੇ ਦਿੰਦੀ ਪੁਲਿਸ। ਮਾਸਕ ਦਾ ਪਰਚਾ ਜੇ ਆਮ ਜਨਤਾ ਤੇ ਦਿੰਦੇ ਆ ਨਾ ਜੀ, ਤੇ ਐਡੀ ਵੱਡੀ ਨੈਗਲੀਜੈਂਟ ਦਾ ਪਰਚਾ ਹੈਲਥ ਮਿਨਿਸਟਰ ਪੰਜਾਬ ਦੇ ਖਿਲਾਫ ਵੀ ਦਰਜ ਹੋਣਾ ਚਾਹੀਦਾ। ਤੁਸੀਂ ਸਮਝਦੇ ਹੋ ਕਿ ਸੈਂਟਰ ਗਵਰਨਮੈਂਟ ਇਹ ਕਾਰਵਾਈ ਕਰੇਗੀ? ਮੈਂ ਕਹਿੰਦਾ ਜੀ, ਦੇਖੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਸੁਮਿਤ ਜੀ, ਜਦੋਂ ਜੰਗਲ 'ਚ ਅੱਗ ਲੱਗੀ ਹੈ
ਤੇ ਮੈਂ ਚਿੜੀ ਵਾਂਗੂ ਚੋਂਚ ਤੇ ਪਾਣੀ ਲੈ ਕੇ ਪਾ ਦਿਆਂਗਾ। ਲੋਕ ਇਹ ਬੇਸ਼ੱਕ ਮੇਰੀ ਇਹਦੇ ਨਾਲ ਅੱਗ ਬੁਝੇ ਨਾ ਬੁਝੇ ਮੈਨੂੰ ਨਹੀਂ ਪਤਾ, ਪਰ ਮੇਰਾ ਨਾਮ ਉਹਨਾਂ 'ਚ ਲਿਖਿਆ ਨਹੀਂ ਜਾਏਗਾ ਕਿ ਮੈਂ ਅੱਗ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਆਪਣੀ ਕਾਨੂੰਨ ਦੀ ਲੜਾਈ ਜਿਹੜੀ ਹੈ ਉਹ ਲੜਾਂਗਾ। ਜੇ ਮੈਂ ਆਪਣੇ ਵੱਲੋਂ ਐਪਲੀਕੇਸ਼ਨ ਦਿੱਤੀ ਹੈ, ਜੇ ਨਹੀਂ ਹੋਏਗਾ ਤੇ ਮੈਨੂੰ ਸਾਰੇ ਰਸਤੇ ਆਉਂਦੇ ਆ, ਉਹ ਚਾਹੇ ਹਾਈ ਕੋਰਟ ਹੈ ਚਾਹੇ ਸੁਪਰੀਮ ਕੋਰਟ ਹੈ। ਮੈਂ ਸਰਦਾਰ ਬਲਬੀਰ ਸਿੰਘ ਸਿੱਧੂ ਦੇ ਖਿਲਾਫ ਇਸ ਜੁਰਮ ਦਾ ਪਰਚਾ ਜ਼ਰੂਰ ਦਰਜ ਕਰਾਊਂਗਾ, ਕਿਉਂਕਿ ਉਹਨਾਂ ਭੋਲੇ ਭਾਲੇ ਯਾਤਰੂਆਂ ਨਾਲ ਜਿਹੜੇ ਸ਼੍ਰੀ ਤਖਤ ਹਜ਼ੂਰ ਸਾਹਿਬ ਤੋਂ ਆਏ ਆ, ਉਹਨਾਂ ਨਾਲ ਧੋਖਾ ਕੀਤਾ, ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ। ਉਹਦੇ 'ਚ ਪੰਜਾਬ ਸਰਕਾਰ ਜ਼ਿੰਮੇਵਾਰ ਹੈ, ਹੈਲਥ ਮਿਨਿਸਟਰ ਜ਼ਿੰਮੇਵਾਰ ਹੈ ਤੇ ਅਥਾਰਟੀਜ਼ ਜ਼ਿੰਮੇਵਾਰ ਨੇ। ਅਥਾਰਟੀਜ਼ ਦੀ ਮੈਂ ਗੱਲ ਕਰਾਂਗਾ ਤਾਂ ਕੋਈ ਲਾਸਟ ਸਵਾਲ ਲਾਂਗੇ ਕਿ ਜਿਹੜਾ ਅਗਰ ਪ੍ਰਧਾਨ ਮੰਤਰੀ ਦਾ ਜਵਾਬ ਨਹੀਂ ਆਉਂਦਾ ਤੇ ਫਿਰ ਕਾਨੂੰਨ ਦਾ ਕਿਹੜਾ ਰਸਤਾ ਤੁਹਾਡੇ ਵੱਲੋਂ ਅਪਣਾਇਆ ਜਾਏ? ਕਿਉਂਕਿ ਤੁਹਾਨੂੰ ਬਹੁਤ ਸਾਰੇ ਲੋਕ ਦੇਖ ਰਹੇ ਹੋ, ਇਸ ਵਕਤ ਪੂਰਾ ਪੰਜਾਬ ਦੇਖ ਰਿਹਾ, ਉਹਦੀ ਨਜ਼ਰਾਂ ਜਿਹੜੀਆਂ ਹੈ ਐਸੇ ਗੱਲ ਦੇ ਉੱਤੇ ਹੈ। ਤੁਸੀਂ ਕਿਹੜਾ ਰਸਤਾ ਅਪਣਾਓਗੇ ਤਾਂ ਕਿ ਸੰਗਤ ਵੀ ਜਿਹੜੀ ਹੈ ਜਾਣ ਸਕੇ, ਕਿਉਂਕਿ ਉਹਨਾਂ ਨਾਲ ਵੀ ਕਿਤੇ ਨਾ ਕਿਤੇ ਖਿਲਵਾੜ ਹੋਣ ਦੀ ਗੱਲ ਕਹੀ ਜਾ ਰਹੀ ਹੈ। ਦੇਖੋ ਜੀ, ਜਿਹੜਾ ਸੰਗਤ ਨਾਲ ਖਿਲਵਾੜ ਹੋਇਆ ਉਹ ਬਹੁਤ ਵੱਡਾ ਹੈ। ਮੈਂ ਤਾਂ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਗੁਹਾਰ ਕੀਤੀ ਹੈ, ਔਰ ਜੋ CRPC ਦੀ ਪ੍ਰੋਵੀਜ਼ਨਸ ਹੁੰਦੀਆਂ ਕਿ ਪਰਚਾ ਦਰਜ ਕਰਾਉਣ ਤੋਂ ਪਹਿਲਾਂ ਤੁਸੀਂ ਸੀਨੀਅਰ ਅਧਿਕਾਰੀਆਂ ਨੂੰ ਦੇਣਾ, ਮੈਂ DGP ਪੰਜਾਬ ਨੂੰ ਵੀ ਇਹ ਮੇਲ ਕੀਤੀ ਹੈ। ਸੋ ਮੈਂ ਲੀਗਲੀ ਆਪਣੇ ਜਿਹੜੇ ਕੰਟੈਂਟਸ ਨੇ ਉਹ ਪੂਰੇ ਕੀਤੇ ਆ। ਜੇ ਇਸ ਖਿਲਾਫ ਪਰਚਾ ਦਰਜ ਨਹੀਂ ਹੁੰਦਾ ਤਾਂ ਮੈਂ ਹਾਈ ਕੋਰਟ ਤੇ ਨਹੀਂ ਤਾਂ ਸੁਪਰੀਮ ਕੋਰਟ, ਜਿੱਥੇ ਵੀ ਜਾਣਾ ਪਵੇ ਪੰਜਾਬ ਦੀ ਜਨਤਾ ਨੂੰ ਇਨਸਾਫ ਦਿਵਾਊਂਗਾ। ਔਰ ਸਰਦਾਰ ਬਲਬੀਰ ਸਿੰਘ ਸਿੱਧੂ ਤੇ ਜਿਹੜੇ ਉਹ ਅਧਿਕਾਰੀ ਜਿਹੜੇ ਜ਼ਿੰਮੇਵਾਰ ਨੇ ਇਸ ਨੈਗਲੀਜੈਂਟ ਲਈ, ਕਿਉਂਕਿ ਦੇਖੋ ਅੱਜ ਪੰਜਾਬ ਦਾ ਬੱਚਾ ਘਰ ਬੈਠਾ ਹੈ, 90% ਲੋਕ 40 ਦਿਨਾਂ ਤੋਂ ਘਰ ਬੈਠੇ ਹੈ। ਇਹਨਾਂ ਨੇ ਮਜ਼ਾਕ ਸਮਝ ਕੇ ਰੱਖਿਆ। ਇਹਨਾਂ ਦਾ ਐਡਮਿਨਿਸਟ੍ਰੇਸ਼ਨ ਐਡੀ ਪੂਅਰ ਹੈ, ਮੰਤਰੀ ਸਾਹਿਬ ਦੀ ਐਡੀ ਐਡਮਿਨਿਸਟ੍ਰੇਸ਼ਨ ਪੂਅਰ ਹੈ। ਇੱਕ ਤਾਂ ਉਹਨਾਂ ਨੂੰ ਮੈਂ ਕਹਿੰਦਾ ਵੀ ਰਿਜ਼ਾਈਨ ਦੇ ਦੇਣਾ ਚਾਹੀਦਾ ਇਮੀਡੀਏਟ ਇਫੈਕਟ ਨਾਲ, ਜੇ ਤਾਂ ਮੋਰਲ ਡਿਊਟੀਜ਼ ਬਣਦੀ ਉਹਨਾਂ ਦੀ ਰਿਜ਼ਾਈਨ ਦੇਣ ਦੀ, ਜਿਹੜੀ ਨੈਗਲੀਜੈਂਸ ਉਹਨਾਂ ਨੇ ਕੀਤੀ ਹੈ। ਪਰ ਜੇ ਉਹ ਨਹੀਂ ਦਿੰਦੇ ਤਾਂ ਵੀ ਅਸੀਂ ਉਹਨਾਂ ਖਿਲਾਫ ਮੈਂ ਕਾਨੂੰਨੀ ਲੜਾਈ ਲੜੂੰਗਾ, FIR ਦਰਜ ਕਰਾਊਂਗਾ। ਸ਼ੁਕਰੀਆ। ਤਾਂ ਇਹ ਸੀ ਐਡਵੋਕੇਟ ਸੰਦੀਪ ਕੌਰ ਸੀ, ਜਿਨ੍ਹਾਂ ਨੇ ਇੱਕ ਵੱਡੀ ਪਹਿਲ ਕਦਮੀ ਕੀਤੀ ਹੈ ਕਿ ਭਾਵਨਾਵਾਂ ਨੂੰ ਸਮਝਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਅਧੀਨ ਜਿਹੜਾ ਹੈ ਉਹਨਾਂ ਸਰਕਾਰੀ ਬਾਬੂਆਂ ਅਤੇ ਲੀਡਰਾਂ ਦੇ ਖਿਲਾਫ, ਕਿਉਂਕਿ ਹੈਲਥ ਮਹਿਕਮਾ ਸਿੱਧੇ ਤੌਰ ਦੇ ਉੱਤੇ ਇਨਵੋਲਵ ਹੈ, ਅਗਰ ਉਹਨਾਂ ਨੇ ਆਪਣੀ ਡਿਊਟੀ ਨਹੀਂ ਨਿਭਾਈ ਹੈ, ਉਹਦੇ ਉਹਨਾਂ ਨੇ ਪ੍ਰੂਫ ਵੀ ਦੱਸੇ ਨੇ ਔਰ ਜਿਸ ਤਰ੍ਹਾਂ ਦੇ ਬਿਆਨਬਾਜ਼ੀ ਆਈ ਉਹ ਵੀ ਦਿੱਤੀ ਹੈ, ਤੇ ਉਹਦੇ ਖਿਲਾਫ ਇੱਕ ਚਿੱਠੀ ਜਿਹੜੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਿਖੀ ਹੈ ਕਿ ਉਹਦੇ 'ਤੇ ਕਾਰਵਾਈ ਕਰਨ, ਔਰ ਅਗਰ ਉਹ ਕਾਰਵਾਈ ਨਹੀਂ ਕਰਦੇ ਹੈ ਤੇ ਉਹ ਆਉਣ ਵਾਲੇ ਸਮੇਂ 'ਚ ਅਦਾਲਤ ਦਾ ਦਰਵਾਜ਼ਾ ਵੀ ਖਟਖਟਾਉਣਗੇ। ਹੁਣ ਦੇਖਣਾ ਹੋਏਗਾ ਕਿ ਇਸ ਮਾਮਲੇ ਦੇ ਵਿੱਚ ਕਿੰਨਾ ਇਨਸਾਫ ਮਿਲਦਾ ਹੈ, ਕਿਉਂਕਿ ਕਾਫੀ ਜਨਤਾ ਜਿਹੜੀ ਹੈ ਸਫਰ ਹੋਈ ਹੈ, ਕਈਆਂ ਨੂੰ ਜਿਹੜਾ ਹੈ ਦਰ ਦੀਆਂ ਠੋਕਰਾਂ ਖਾਣੀਆਂ ਪਈਆਂ ਹੈ, ਰਾਜਨੀਤੀ ਵੀ ਗਰਮਾਈ ਹੈ, ਲੇਕਿਨ ਕਿਤੇ ਨਾ ਕਿਤੇ ਹੁਣ ਕਾਨੂੰਨੀ ਦਾਅ ਪੇਚ ਚੱਲਣ ਦੀ ਉਮੀਦ ਕੀਤੀ ਜਾ ਸਕਦੀ ਹੈ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ TV, ਅੰਮ੍ਰਿਤਸਰ।